ई मिशन पंजाबी चैनल ई मिशन पंजाबी वालों खबरसार विश्लेषण प्रोग्राम ਦੇ ਵਿੱਚ ਤੁਹਾਡਾ ਸਵਾਗਤ ਹੈ। ਕਹਿੰਦੇ ਨੇ ਕਿ ਜੋ ਗੱਲਬਾਤ ਕਿਸੇ ਨੇ ਆਪਣੀ ਮਾਤ ਭਾਸ਼ਾ ਵਿੱਚ ਕਰ ਲੈਣੀ ਹੈ ਜਾਂ ਸੁਣ ਲੈਣੀ ਹੈ ਉਸ ਵਰਗੀ ਕਿਸੇ ਹੋਰ ਭਾਸ਼ਾ ਦੇ ਵਿੱਚ ਰੀਸ ਨਹੀਂ ਹੈ। ਜੇਕਰ ਕੋਈ ਮੱਲੋ ਮੱਲੀ ਅਜਿਹੀ ਰੀਸ ਕਰਦਾ ਵੀ ਹੈ ਤਾਂ ਉਸ ਨੂੰ ਦੂਸਰੀ ਅਪਣਾਈ ਗਈ ਭਾਸ਼ਾ ਦੇ ਵਿੱਚੋਂ ਬੇਗਾਨਗੀ ਦਾ ਅਹਿਸਾਸ ਜ਼ਰੂਰ ਹੋਵੇਗਾ। ਉਂਝ ਵੀ ਹਰੇਕ ਇਨਸਾਨ ਜਦੋਂ ਵੀ ਕੋਈ ਡੂੰਘੀ ਗੱਲ ਕਰੇਗਾ ਤਾਂ ਉਹ ਆਪਣੀ ਮਾਤ ਭਾਸ਼ਾ ਦੀ ਤਰਾਂਗੀ ਹੀ ਛੇੜੇਗਾ। ਮਸਲਨ ਵੱਡਾ ਦੁੱਖ ਜਾਂ ਵੱਡੀ ਖੁਸ਼ੀ ਇਹ ਆਪਣੀ ਮਾਂ ਬੋਲੀ ਦੇ ਵਿੱਚ ਹੀ ਹੁੰਦੀਆਂ ਚੰਗੀਆਂ ਲੱਗਦੀਆਂ ਹਨ। ਵਿਦਵਾਨਾਂ ਦਾ ਵੀ ਕਹਿਣਾ ਹੈ ਕਿ ਜਿਹੜਾ ਕੋਈ ਇਨਸਾਨ ਆਪਣੀ ਮਾਤ ਬੋਲੀ ਜਾਂ ਮਾਤ ਭਾਸ਼ਾ ਦੇ ਵਿੱਚ ਪਰਪੱਕ ਹੈ ਤਾਂ ਉਹ ਬਾਕੀ ਕਿਸੇ ਵਿਸ਼ੇ ਦੇ ਵਿੱਚ ਵੀ ਮਾਰ ਨਹੀਂ ਖਾਏਗਾ। ਪਰੰਤੂ ਇੱਥੇ ਇੱਕ ਚਿੰਤਾ ਵਾਲੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਸੀਂ 1947 ਦੀ ਆਜ਼ਾਦੀ ਦੌਰਾਨ ਅੰਗਰੇਜ਼ਾਂ ਨੂੰ ਉਸ ਵੇਲੇ ਦੇ ਹਾਕਮਾਂ ਨੂੰ ਤਾਂ ਇੱਥੋਂ ਕੱਢ ਦਿੱਤਾ, ਪਰੰਤੂ ਉਹਨਾਂ ਦੀ ਜਿਹੜੀ ਬੋਲੀ ਹੈ ਭਾਸ਼ਾ ਹੈ ਅੰਗਰੇਜ਼ੀ ਉਹ ਅਸੀਂ ਆਪਣੇ ਕੋਲ ਬਿਠਾ ਲਈ। ਇਸ ਮਗਰੋਂ ਸਾਰੇ ਭਾਰਤ ਨੇ ਅੰਗਰੇਜ਼ੀ ਨੂੰ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾਇਆ। ਵੱਡੀਆਂ ਵੱਡੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਅੰਗਰੇਜ਼ੀ ਨੂੰ ਪ੍ਰਫੁੱਲਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਤੇ ਕਈ ਤਾਂ ਅਦਾਰੇ ਹੀ ਅਜਿਹੇ ਬਣਾਏ ਜਿਨ੍ਹਾਂ ਦੇ ਵਿੱਚ ਅੰਗਰੇਜ਼ੀ ਹੀ ਪ੍ਰਫੁੱਲਤ ਹੋਣੀ ਸੀ। ਦੇਸ਼ ਨੂੰ ਅੰਗਰੇਜ਼ਾਂ ਵਰਗਾ ਬਣਾਉਣ ਦੀ ਇੱਕ ਹੋੜ ਵੀ ਰਹੀ ਸਾਡੇ ਦੇਸ਼ ਦੇ ਵਿੱਚ ਕਰੀਬ 3-4 ਦਹਾਕੇ। ਪਰੰਤੂ ਅੰਗਰੇਜ਼ੀ ਕਿਉਂਕਿ ਇਹ ਬਗਾਨੀ ਭਾਸ਼ਾ ਸੀ, ਇਹ ਸਾਡੇ ਲਈ ਹਵਾ ਦਾ ਹਵਾ ਹੀ ਬਣ ਕੇ ਰਹੀ। ਭਾਵੇਂ ਅਸੀਂ ਅੰਗਰੇਜ਼ਾਂ ਨੂੰ ਕੱਢ ਕੇ ਅੰਗਰੇਜ਼ੀ ਨੂੰ ਕੋਲ ਬਿਠਾਈ ਰੱਖਿਆ, ਪਰੰਤੂ ਅੰਗਰੇਜ਼ੀ ਉਹ ਜਿਹਨੂੰ ਕੋਲ ਬਿਠਾਇਆ ਉਹ ਇੰਨੀ ਚਲਾਕ ਨਿਕਲੀ ਕਿ ਉਹ ਸਾਨੂੰ ਵਾਪਸ ਫੇਰ ਅੰਗਰੇਜ਼ਾਂ ਦੇ ਕੋਲ ਹੀ ਲੈ ਗਈ। ਅੱਜ ਸਾਡੇ ਦੇਸ਼ ਦੇ ਵਿੱਚੋਂ ਜਹਾਜ਼ ਭਰ ਕੇ ਅੰਗਰੇਜ਼ਾਂ ਦੇ ਮੁਲਕ ਵੱਲ ਜਾ ਰਹੇ ਹਨ ਤੇ ਅੰਗਰੇਜ਼ਾਂ ਦੇ ਮੁਲਕ 'ਚ ਜਾਣ ਤੋਂ ਪਹਿਲਾਂ ਅਸੀਂ ਪੂਰਾ ਜ਼ੋਰ ਲਗਾਉਂਦੇ ਹਾਂ ਕਿ ਅਸੀਂ ਅੰਗਰੇਜ਼ਾਂ ਵਾਲੀ ਜਿਹੜੀ ਭਾਸ਼ਾ ਹੈ ਉਹਨੂੰ ਪੂਰੀ ਤਰ੍ਹਾਂ ਸਿੱਖ ਲਈਏ, ਕਿਤੇ ਕੋਈ ਕਸਰ ਨਾ ਰਹਿ ਜਾਏ। ਇੱਕ ਭੂਤ ਸਵਾਰ ਹੈ ਹਰੇਕ ਦੇ ਜ਼ਿਹਨ ਦੇ ਵਿੱਚ, ਵੱਡੀ ਤਾਦਾਦ ਸਾਡੇ ਭਾਰਤੀਆਂ ਦੇ ਵਿੱਚ, ਕਿ ਜੇ ਕਿਸੇ ਨੇ ਅੱਗੇ ਰੁਜ਼ਗਾਰ ਪੱਖੋਂ ਸੈੱਟ ਹੋਣਾ ਹੈ ਤਾਂ ਉਹ ਅੰਗਰੇਜ਼ਾਂ ਦੇ ਮੁਲਕ ਹੀ ਹਨ ਜਾਂ ਕੋਈ ਹੋਰ ਲਾ ਲਓ। ਪਰੰਤੂ ਇੱਥੇ ਸਿਤਮ ਇਹ ਹੈ ਕਿ ਸਾਡੇ 47 ਮਗਰੋਂ ਬਣੇ ਹਾਕਮਾਂ ਨੇ ਸਾਡੀ ਜਿਹੜੀ ਮਾਤ ਭਾਸ਼ਾ ਸੀ ਉਹਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਤੋਂ ਇੰਨਾ ਵਿਸਲਾਪਣ ਰੱਖਿਆ ਕਿ ਅਸੀਂ ਭਾਵੇਂ ਅੰਗਰੇਜ਼ਾਂ ਨੂੰ ਇੱਥੋਂ ਕੱਢ ਦਿੱਤਾ ਸੀ, ਸਾਲ ਗੁਜ਼ਰ ਗਏ, ਦਹਾਕੇ ਗੁਜ਼ਰੇ, ਪਰੰਤੂ ਅਸੀਂ ਅੰਗਰੇਜ਼ਾਂ ਨੂੰ ਨਾ ਭੁੱਲੇ ਤੇ ਅੱਜ ਭਾਰਤੀਆਂ ਦੇ ਵੱਡੀ ਤਾਦਾਦ ਡੇਰੇ ਅੰਗਰੇਜ਼ਾਂ ਦੇ ਮੁਲਕ ਦੇ ਵਿੱਚ ਹੀ ਲੱਗਣ ਲੱਗੇ ਹਨ। ਭਾਵੇਂ ਅਸੀਂ ਗੱਲ ਕਰ ਰਹੇ ਹਾਂ ਅੰਗਰੇਜ਼ਾਂ ਦੀ ਤੇ ਅੰਗਰੇਜ਼ੀ ਦੀ, ਅੰਗਰੇਜ਼ੀ ਇੱਥੇ ਅਜੇ ਵੀ ਅੰਗਰੇਜ਼ਾਂ ਦੇ ਮੁਲਕ ਜਾਣ ਵਾਲਿਆਂ ਵਾਸਤੇ ਵੱਡਾ ਹਵਾ ਬਣੀ ਹੋਈ ਹੈ। ਅੱਜ ਦੇਸ਼ ਦੇ ਵਿੱਚ ਆਈਲੈਟ ਸੈਂਟਰ ਖੁੱਲ੍ਹੇ ਹੋਏ ਹਨ ਜਿੱਥੇ ਅੰਗਰੇਜ਼ੀ 'ਚ ਪ੍ਰਪੱਕ ਹੋਣ ਵਾਸਤੇ ਭਾਰਤੀ ਵਿਦਿਆਰਥੀ ਬਣ ਦਾਖਲ ਹੋ ਰਹੇ ਹਨ, ਖਾਸ ਕਰਕੇ ਸਾਡੇ ਭਾਰਤ ਦਾ ਨੌਜਵਾਨ ਤਬਕਾ। ਉੱਤਰੀ ਭਾਰਤ ਤੇ ਦੱਖਣ ਦੇ ਕੁਝ ਰਾਜਾਂ ਦੇ ਵਿੱਚ ਤਾਂ ਅੱਜ ਕੱਲ੍ਹ ਇਹ ਇੱਕ ਵੱਡੀ ਹੋੜ ਲੱਗੀ ਹੋਈ ਹੈ। ਆਈਲੈਟ ਸੈਂਟਰ ਅੱਜ ਦੀ ਡੇਟ ਦੇ ਵਿੱਚ, ਅੱਜ ਦੀ ਤਰੀਕ ਦੇ ਵਿੱਚ ਵੱਡੀ ਚਰਚਾ ਦੇ ਵਿੱਚ ਵੀ ਹਨ, ਕਿਉਂਕਿ ਅਸੀਂ ਅੰਗਰੇਜ਼ਾਂ ਦੀ ਭਾਸ਼ਾ ਸਿੱਖਣੀ ਹੈ। ਅਸੀਂ ਨਹੀਂ ਪਰਵਾਹ ਕਰ ਰਹੇ ਆਪਣੀ ਕਿਸੇ ਭਾਸ਼ਾ ਦੀ। ਇੱਥੇ ਕਸੂਰ ਭਾਰਤੀਆਂ ਦਾ ਨਹੀਂ ਬਲਕਿ ਭਾਰਤ ਉੱਤੇ ਹਕੂਮਤ ਕਰਨ ਵਾਲੇ ਕਾਲੇ ਅੰਗਰੇਜ਼ਾਂ ਦਾ ਵੀ ਹੈ, ਜਿਨ੍ਹਾਂ ਨੇ ਸਾਡੇ ਮੁਲਕ ਦੀਆਂ ਖੇਤਰੀ ਭਾਸ਼ਾਵਾਂ ਨੂੰ ਦੱਬਣ ਤੇ ਹੀ ਜ਼ੋਰ ਲਗਾਈ ਰੱਖਿਆ, ਜਿਸ ਨਾਲ ਸਾਡੇ ਦੇਸ਼ ਦਾ ਜਿਹੜਾ ਵਿਕਾਸ ਹੋਣਾ ਸੀ ਉਹ ਵੀ ਥੰਮਿਆ ਰਿਹਾ। ਕਿਉਂਕਿ ਜਿਹੜਾ ਵਿਕਾਸ ਆਪਣੀ ਭਾਸ਼ਾ ਦੇ ਵਿੱਚ ਕੋਈ ਕਰ ਸਕਦਾ ਹੈ, ਕਿਉਂਕਿ ਅੰਗਰੇਜ਼ਾਂ ਨੇ ਆਪਣੀਆਂ ਮਾਤ ਭਾਸ਼ਾਵਾਂ ਨੂੰ ਨਹੀਂ ਛੱਡਿਆ, ਉਹਨਾਂ ਦੀਆਂ ਖੇਤਰੀ ਪੱਧਰ ਦੀਆਂ ਮਾਤ ਭਾਸ਼ਾਵਾਂ ਹਨ, ਜਦੋਂ ਕਿ ਅਸੀਂ ਆਪਣੀ ਪੰਜਾਬੀ ਜਾਂ ਹੋਰ ਭਾਸ਼ਾਵਾਂ ਜਿਹੜੀਆਂ ਸਾਡੇ ਦੇਸ਼ ਦੀਆਂ ਨੇ ਉਹਨਾਂ ਨੂੰ ਤਲਾਂਜਲੀ ਦੇ ਕੇ ਅੰਗਰੇਜ਼ੀ ਨੂੰ ਗਲਵੱਕੜੀ ਪਾਉਣ ਦੀ ਹੋੜ ਦੇ ਵਿੱਚ ਹਾਂ। ਆਈਲੈਟਸ ਦੀ ਗੱਲ ਚੱਲੀਏ, ਅੰਗਰੇਜ਼ੀ ਭਾਸ਼ਾ ਦੀ ਗੱਲ ਚੱਲੀਏ ਤਾਂ ਇਹਦੇ ਵਿੱਚੋਂ ਇੱਕ ਹੋਰ ਗੱਲ ਵੀ ਸਾਹਮਣੇ ਆਈ ਹੈ ਕਿ ਭਾਰਤੀ ਨੌਜਵਾਨ ਇੱਕ ਅਜਿਹੀ ਕੜਕੀ ਦੇ ਵਿੱਚ ਆਏ ਕਿ ਉਹ ਜਦੋਂ ਅਮਰੀਕਾ ਦੀ ਅਦਾਲਤ ਦੇ ਵਿੱਚ ਪੇਸ਼ ਹੋਏ ਤਾਂ ਉਹ ਅੰਗਰੇਜ਼ੀ ਨਹੀਂ ਬੋਲ ਸਕੇ, ਅੰਗਰੇਜ਼ੀ ਨਹੀਂ ਸਮਝ ਸਕੇ। ਅਸਲ ਦੇ ਵਿੱਚ ਕੈਨੇਡਾ ਤੋਂ
ਇੱਕ ਨਦੀ ਦੇ ਰਸਤੇ ਜ਼ਰੀਏ 6 ਨੌਜਵਾਨ ਜਿਹੜੇ ਗੁਜਰਾਤ ਸਟੇਟ ਨਾਲ ਸੰਬੰਧਿਤ ਦੱਸੇ ਜਾਂਦੇ ਹਨ, ਜਦੋਂ ਉਹ ਅਮਰੀਕਾ ਦੇ ਵਿੱਚ ਦਾਖਲ ਹੋਏ ਤਾਂ ਉੱਥੇ ਉਹ ਉੱਥੋਂ ਦੇ ਸੁਰੱਖਿਆ ਬਲਾਂ ਦੇ ਅੜਿੱਕੇ ਦੇ ਵਿੱਚ ਆ ਗਏ। ਲਿਹਾਜ਼ਾ ਇਸ ਮਗਰੋਂ ਅਮਰੀਕਾ ਦੀ ਇੱਕ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ। ਤਾਂ ਜਦੋਂ ਅਦਾਲਤ ਨੂੰ ਉਹਨਾਂ ਦੀ ਭਾਸ਼ਾ ਦੀ ਲੋੜ ਪਈ ਤਾਂ ਉਹ ਆਪਣੀ ਭਾਸ਼ਾ ਜਿਹੜੀ ਉਹਨਾਂ ਨੇ ਸਿੱਖ ਕੇ ਗਏ ਸੀ, ਮਤਲਬ ਕਿ ਅੰਗਰੇਜ਼ੀ, ਉਹ ਨਹੀਂ ਬੋਲ ਸਕੇ, ਨਹੀਂ ਸਮਝ ਸਕੇ। ਲਿਹਾਜ਼ਾ ਅਦਾਲਤ ਨੂੰ ਦੋਭਾਸ਼ੀਆ ਲਿਆਉਣਾ ਪਿਆ ਤੇ ਨਾਲ ਇਹ ਵੀ ਜਾਂਚ ਕਰਨੀ ਪਈ ਕਿ ਜਦੋਂ ਅੰਗਰੇਜ਼ੀ ਪੱਧਰ ਦਾ ਟੈਸਟ ਕਰਕੇ ਇਹ ਨੌਜਵਾਨ ਮੁਲਕ ਦੇ ਵਿੱਚ ਆ ਰਹੇ ਹਨ, ਫਿਰ ਅਜਿਹਾ ਕੀ ਕਾਰਨ ਹੈ। ਤੇ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਤਾਂ ਪਤਾ ਲੱਗਾ ਕਿ ਇਹਨਾਂ ਦੇ ਬੈਂਡ ਵੀ ਚੰਗੇ ਹਨ, ਆਈਲੈਟਸ ਬੈਂਡ। ਕੁੱਲ 7 ਦੇ ਵਿੱਚੋਂ 6.5 ਸਕੋਰ ਸਨ ਇਹਨਾਂ ਨੌਜਵਾਨਾਂ ਦੇ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਹੈ ਕਿ ਅਮਰੀਕਾ ਦੇ ਅਧਿਕਾਰੀਆਂ ਮਗਰੋਂ ਇਸ ਮਾਮਲੇ ਉੱਤੇ ਗੁਜਰਾਤ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਗੁਜਰਾਤ ਦੀ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰਨ ਲੱਗੀ ਹੈ। ਉਧਰ ਦੱਸਦੇ ਹਨ ਕਿ ਇਹ ਮਾਮਲਾ ਜੇਕਰ ਤੂਲ ਫੜ ਗਿਆ, ਕਿਉਂਕਿ ਪਹਿਲਾਂ ਹੀ ਇਹ ਕੈਨੇਡਾ ਤੇ ਅਮਰੀਕਾ ਨਾਲ ਜੁੜ ਚੁੱਕਾ ਹੈ, ਇਹਦੇ ਵਿੱਚ ਭਾਰਤ ਸੰਬੰਧਿਤ ਦੇਸ਼ ਬਣ ਚੁੱਕਾ ਹੈ। ਤੇ ਜੇਕਰ ਇਹ ਹੋਰ ਤੂਲ ਫੜ ਗਿਆ ਤੇ ਕਿਤੇ ਅਜਿਹੀ ਗੱਲ ਕੋਈ ਸਾਹਮਣੇ ਨਾ ਆ ਜਾਏ ਕਿ ਸਾਰੇ ਭਾਰਤੀਆਂ ਦੀ ਅੰਗਰੇਜ਼ੀ ਸਮਝਣ ਤੇ ਸੁਣਨ ਦੀ ਸ਼ਕਤੀ ਨੂੰ ਉੱਥੋਂ ਦੇ ਗੋਰੇ ਚੈੱਕ ਕਰਨ ਲੱਗ ਪੈਣ। ਖੈਰ, ਇਹ ਨੌਬਤ ਨਾ ਆਵੇ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਰੁਜ਼ਗਾਰ ਦੀ ਪ੍ਰਾਪਤੀ ਲਈ ਭਾਰਤ ਦਾ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਵੱਲ ਅਡਾਰੀ ਮਾਰਨ ਦੀ ਚਾਹਤ ਦੇ ਵਿੱਚ ਹੈ, ਕਿਉਂਕਿ ਉੱਥੇ ਜਿਹੜੇ ਕੰਮ ਹਨ ਉਹ ਹੀਣ ਭਾਵਨਾ ਰਹਿਤ ਹਨ ਤੇ ਭਾਰਤੀ ਵਿਦਿਆਰਥੀ ਬੜੀ ਸ਼ਾਨ ਨਾਲ ਹਰ ਕੰਮ ਨੂੰ ਕਰਨ ਨੂੰ ਤਰਜੀਹ ਦਿੰਦਾ ਹੈ। ਇੱਥੇ ਸਵਾਲ ਇੱਕ ਜਿਹੜਾ ਜ਼ਿਹਨ 'ਚ ਫਸਿਆ ਹੋਇਆ ਹੈ ਕਿ ਸਾਡੇ ਭਾਰਤ ਦੀਆਂ ਭਾਸ਼ਾਵਾਂ ਰੁਜ਼ਗਾਰ ਪ੍ਰਾਪਤੀ ਦਾ ਉਹ ਹੀਲਾ ਵਸੀਲਾ ਨਹੀਂ ਕਰ ਸਕੀਆਂ। ਲਿਹਾਜ਼ਾ ਸਾਡੇ ਭਾਰਤੀਆਂ ਨੂੰ ਅੱਜ ਆਪਣੀ ਬੋਲੀ ਨੂੰ ਛੱਡ ਕੇ ਦੂਜੇ ਮੁਲਕਾਂ ਦੀ ਬਗਾਨੀ ਭਾਸ਼ਾ ਸਿੱਖ ਕੇ ਵਾਹੋ ਦਾਹੀ ਉਹਨਾਂ ਦੇ ਮੁਲਕਾਂ ਵਿੱਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਨ੍ਹਾਂ ਮੁਲਕਾਂ ਨੂੰ ਅਸੀਂ ਆਜ਼ਾਦੀ ਦੇ ਵੱਡੇ ਸੰਗਰਾਮਾਂ ਦੇ ਜ਼ਰੀਏ ਇੱਥੋਂ ਬਾਹਰ ਕੱਢਿਆ ਸੀ। ਅੱਜ ਸਾਡਾ ਦੇਸ਼ 75ਵੀਂ ਵਰ੍ਹੇਗੰਢ, ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜਦੋਂ ਕਿ ਸਾਡੇ ਦੇਸ਼ ਨੂੰ, ਸਾਡੇ ਦੇਸ਼ ਦੇ ਹਾਕਮਾਂ ਨੂੰ ਵੱਡੇ ਪੱਧਰ ਉੱਤੇ ਇਹ ਸੋਚਣ ਦੀ ਲੋੜ ਹੈ ਕਿ ਸਾਡੇ ਮੁਲਕ ਦੀਆਂ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਨੂੰ ਪ੍ਰਫੁੱਲਤ ਕੀਤਾ ਜਾਵੇ। ਇਹ ਪਿਛਲੇ ਸਮੇਂ ਇੱਕ ਖੁਸ਼ੀ ਭਰੀ ਖਬਰ ਇਹ ਵੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਜ਼ੋਰ ਦਿੱਤਾ ਹੈ ਕਿ ਉਹ ਆਪੋ ਆਪਣੀ ਮਾਂ ਬੋਲੀ, ਮਾਂ ਭਾਸ਼ਾ ਦੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ। ਚਿੰਤਕਾਂ ਦਾ ਕਹਿਣਾ ਹੈ ਕਿ ਇਕੱਲੇ ਸੱਦੇ ਦੇਣ ਨਾਲ ਗੱਲ ਨਹੀਂ ਬਣਨੀ, ਕਿਉਂਕਿ ਇੱਥੇ ਆਵਾ ਕਾਫੀ ਉਤਿਆ ਹੋਇਆ ਹੈ। ਲਿਹਾਜ਼ਾ ਵੱਡੇ ਪੱਧਰ ਉੱਤੇ ਸਾਡੇ ਹਾਕਮਾਂ ਨੂੰ ਨਿੱਠ ਬੈਠ ਕੇ, ਸਿਰ ਜੋੜ ਕੇ ਕੋਈ ਸੰਜੀਦਗੀ ਨਾਲ ਮਸਲਾ ਹੱਲ ਕਰਨ ਦੀ ਲੋੜ ਹੈ। ਅੱਜ ਸਾਨੂੰ ਭਾਸ਼ਾਵਾਂ ਬਚਾਉਣ ਦੀ ਲੋੜ ਹੈ। ਅੱਜ ਸਾਡੀਆਂ ਭਾਸ਼ਾਵਾਂ ਦਾ ਗੋਰੇ ਨਿਰੀਖਣ ਕਰ ਰਹੇ ਹਨ, ਉਹ ਜਾਂਚ ਕਰ ਰਹੇ ਹਨ, ਜਦੋਂ ਕਿ ਅਸੀਂ ਇਸ ਗੱਲੋਂ ਵੱਡੀ ਗਲਤੀ ਕੀਤੀ ਕਿ ਅਸੀਂ ਅੰਗਰੇਜ਼ਾਂ ਨੂੰ ਤਾਂ ਕੱਢ ਦਿੱਤਾ, ਪਰੰਤੂ ਅੰਗਰੇਜ਼ੀ ਕੋਲ ਬਿਠਾਈ ਰੱਖੀ, ਜਿਹੜੀ ਚਲਾਕ ਨਿਕਲੀ ਤੇ ਅੱਜ ਸਾਡੀਆਂ ਸਨਮਾਨਜਨਕ ਭਾਸ਼ਾਵਾਂ ਨੂੰ ਖਤਰੇ ਦੇ ਦੌਰ ਦੇ ਵਿੱਚ ਪਾ ਰਹੀ ਹੈ। ਪਿਛਲੇ ਸਮੇਂ ਇੱਕ ਯੂਨੈਸਕੋ ਦੀ ਇੱਕ ਰਿਪੋਰਟ ਵੀ ਸਾਹਮਣੇ ਆਈ ਸੀ, ਜਿਹਦੇ ਉੱਤੇ ਵਿਦਵਾਨਾਂ ਨੇ ਨਿੱਠ ਬੈਠ ਕੇ ਕਾਫੀ ਬਹਿਸ ਵੀ ਕੀਤੀ ਸੀ, ਜਿਸ ਦੇ ਵਿੱਚ ਕਈ ਹੋਰ ਭਾਸ਼ਾਵਾਂ ਦਾ ਜ਼ਿਕਰ ਵੀ ਸੀ ਤੇ ਨਾਲ ਪੰਜਾਬੀ ਦਾ ਜ਼ਿਕਰ ਸੀ ਕਿ ਇਹ ਖਤਰੇ ਦੇ ਮੋੜ ਉੱਤੇ ਹੈ। ਭਾਵੇਂ ਵਿਦਵਾਨਾਂ ਨੇ ਇਸ ਗੱਲ ਨੂੰ ਡਿਨਾਈ ਕੀਤਾ ਕਿ ਅਜਿਹੀ ਕੋਈ ਗੱਲ ਨਹੀਂ, ਪਰੰਤੂ ਚਰਚਾ ਜ਼ਰੂਰ ਹੁੰਦੀ ਰਹੀ ਤੇ ਹੁਣ ਚਰਚਾ ਇਹ ਵੀ ਹੋਣੀ ਚਾਹੀਦੀ ਹੈ ਕਿ ਸਾਨੂੰ ਆਪਣੀ ਮਾਤ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਲਈ ਅਜਿਹੇ ਹੀਲੇ ਅਪਣਾਉਣ ਦੀ ਲੋੜ ਹੈ ਕਿ ਅਸੀਂ ਬਗਾਨੇ ਮੁਲਕਾਂ ਦੀਆਂ ਭਾਸ਼ਾਵਾਂ ਸਿੱਖਦੇ ਉਹਨਾਂ ਦੇ ਗੁਲਾਮ ਨਾ ਹੋ ਜਾਈਏ। ਅੱਜ ਦੇ ਅਜਿਹੇ ਵਿਸ਼ਲੇਸ਼ਣ ਦੇ ਨਾਲ ਆਪਾਂ ਪ੍ਰੋਗਰਾਮ ਨੂੰ ਵਿਸ਼ਰਾਮ ਦਈਏ। ਧੰਨਵਾਦ। ਸਤਿ ਸ੍ਰੀ ਅਕਾਲ। ਈ ਮਿਸ਼ਨ ਪੰਜਾਬੀ।